ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਗੱਲ ਕਰਨ ਜਾਏ ਹਾਂ 13 ਸਤੰਬਰ ਵਾਲਾ ਜਿਹੜਾ ਅੱਜ ਪੇਪਰ ਹੋਇਆ ਹੈਗਾ ਹੈੱਡ ਕਾਂਸਟੇਬਲ ਦਾ। ਉਹਦਾ ਆਪਾਂ ਐਨਾਲਾਈਸਿਸ ਕਰਾਂਗੇ, ਦੇਖਾਂਗੇ ਉਹਦੇ ਵਿੱਚ ਜੀਕੇ ਦਾ ਲੈਵਲ ਕੀ ਹੈਗਾ। ਠੀਕ ਹੈ, ਮੈਥ ਦੀਆਂ ਕਲਾਸਾਂ ਤੁਹਾਨੂੰ ਦੱਸਿਆ ਕਿ ਮੈਥ ਦੇ ਪ੍ਰਸ਼ਨ ਆਪਾਂ ਬਾਅਦ ਵਿੱਚ ਕਰਾਂਗੇ, ਕਿਉਂਕਿ ਬੱਚੇ ਜਦੋਂ ਆਉਂਦੇ ਹੋਏ ਭੁੱਲ ਜਾਂਦੇ ਆ ਔਨਲਾਈਨ ਪੇਪਰ ਕਰਕੇ। ਠੀਕ ਹੈ, ਅਤੇ ਤਾਂ ਕਰਕੇ ਉਹ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ। ਫਿਲਹਾਲ ਆਪਾਂ ਜੀਕੇ ਡਿਸਕਸ ਕਰਦੇ ਹਾਂ ਕਿ ਜੀਕੇ ਦੇ ਵਿੱਚ ਕੀ ਕੁਛ ਪੁੱਛਿਆ ਗਿਆ ਹੈਗਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਜਲਦੀ ਤੋਂ ਜਲਦੀ ਆਪਣੇ 80 ਕੇ ਪੂਰੇ ਕਰੋ। ਠੀਕ ਹੈ ਜੀ, ਚਲੋ ਚੱਲਦੇ ਆਪਾਂ ਪਹਿਲੇ ਪ੍ਰਸ਼ਨ 'ਤੇ। ਪਹਿਲਾ ਪ੍ਰਸ਼ਨ ਕੀ ਪੁੱਛਿਆ ਗਿਆ ਪੁੱਤਰੋ, ਇੱਕ ਤੁਹਾਨੂੰ ਦੱਸੂਗਾ ਕਿ ਜਿਹੜੇ ਪਿਛਲੇ ਕਰੰਟ ਅਫੇਅਰ ਪੁੱਛ ਰਹੇ ਨੇ ਇਹ ਪਿਛਲੇ ਸਾਲਾਂ ਵਾਲੇ, ਉਹ ਕਿਉਂ ਪੁੱਛ ਰਹੇ ਨੇ, ਕੀ ਕਾਰਨ ਆ ਉਹਦਾ, ਕਿੱਥੇ ਉਹਦਾ ਕਲੂ ਮਿਲਦਾ ਕਿ ਕਿਹਦੇ ਕਰਕੇ ਉਹ ਚੱਕਦੇ ਹੈਗੇ। ਤਾਂ ਉਹ ਚੀਜ਼ਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਠੀਕ ਹੈ, ਇੱਕ ਪ੍ਰਸ਼ਨ ਆਇਆ ਪੁੱਤਰੋ, ਦੇਖੋ ਜੀ ਇਹ ਪ੍ਰਸ਼ਨ ਆਇਆ ਕਿ 2018 ਦੇ ਵਿੱਚ ਵਿਰਾਟ ਕੋਹਲੀ ਨੂੰ ਕਿਹੜਾ ਪੁਰਸਕਾਰ ਮਿਲਿਆ ਸੀ। ਠੀਕ ਹੈ, ਇਹ ਪ੍ਰਸ਼ਨ ਪੁੱਛ ਰਹੇ ਨੇ 2018 ਦੇ ਵਿੱਚ ਵਿਰਾਟ ਕੋਹਲੀ ਨੂੰ ਕਿਹੜਾ ਪੁਰਸਕਾਰ ਮਿਲਿਆ ਸੀ। ਹੁਣ ਅੱਧੇ ਬੱਚੇ ਕਹਿਣਗੇ ਜੀ ਇਹ 2018 ਵਾਲਾ ਕਿਉਂ ਪੁੱਛ ਲਿਆ। ਦੇਖੋ ਜਦੋਂ ਵੀ ਕਿਸੇ ਮਹਾਨ ਪਰਸਨੈਲਿਟੀ ਹੈ ਕੋਈ ਵੀ, ਠੀਕ ਹੈ, ਉਹਨੂੰ 2022 ਦੇ ਵਿੱਚ 21 ਦੇ ਵਿੱਚ ਕੋਈ ਨਾਮ ਮਿਲਿਆ ਤਾਂ ਆਪਾਂ ਨੂੰ ਹੱਕ ਬਣਦਾ ਆਪਾਂ ਘੱਟੋ ਘੱਟ ਉਹਦੇ ਪਿਛਲੇ 5 ਸਾਲਾਂ ਦੇ ਵੀ ਕਰੀਏ। ਠੀਕ ਹੈ, ਇਹਦੇ 'ਤੇ ਮੇਰੀ ਨਿਗਾਹ ਗਈ ਆ। ਹੁਣ ਇਹ ਤੁਹਾਨੂੰ ਜਿਹੜੇ ਮੇਨ ਜਿਹਨਾਂ ਨੂੰ ਮਿਲੇ ਹੋਏ ਅਵਾਰਡ ਉਹਨਾਂ ਦੇ ਮੈਂ ਪਿਛਲੇ 5 ਸਾਲਾਂ 'ਚ ਤੁਹਾਨੂੰ ਵੀਡੀਓ ਕਰਵਾ ਦੂੰਗਾ ਪ੍ਰੋਵਾਈਡ 1-2 ਦਿਨਾਂ ਦੇ ਵਿੱਚ। ਅਤੇ ਕੱਲ੍ਹ ਨੂੰ ਭਾਈ ਸੱਚ ਆਪਣਾ ਮੋਕ ਟੈਸਟ ਹੈ ਪਹਿਲਾਂ, ਅਤੇ ਸਾਰੇ ਬੱਚਿਆਂ ਦੀ ਤਿਆਰੀ ਕਰ ਲਓ ਭਾਈ ਆਪਦੇ ਲੈਵਲ ਤੇ। ਠੀਕ ਹੈ, ਜਿਹੜਾ ਕੁਛ ਕਰਵਾਇਆ ਹੈਗਾ ਅਤੇ ਬਾਹਰੋਂ ਵੀ ਆਊਗਾ ਤਾਂ ਥੋੜ੍ਹਾ ਔਖਾ ਹੋਊਗਾ ਪੇਪਰ ਐਤਕੀ, ਪਹਿਲਾਂ ਜਿੰਨਾ ਸੌਖਾ ਨਾ ਸਮਝਿਓ। ਠੀਕ ਹੈ, ਅਤੇ ਹਰੇਕ ਬੱਚੇ ਦੇ 70+ ਨੰਬਰ ਹੋਣੇ ਚਾਹੀਦੇ ਆ। ਚਲੋ ਆਪਾਂ ਇੱਧਰ ਗੱਲ ਕਰਦੇ ਹਾਂ ਕਿ 2018 ਦੇ ਵਿੱਚ ਵਿਰਾਟ ਕੋਹਲੀ ਨੂੰ ਕਿਹੜਾ ਪੁਰਸਕਾਰ ਮਿਲਿਆ। ਇਹ ਤੁਹਾਨੂੰ ਦਿਖਾਉਣਾ, ਦੇਖੋ ਧਿਆਨ ਨਾਲ। ਦੇਖੋ ਬੱਚਿਓ, ਮੈਨੂੰ ਇਹ ਗੱਲ ਸਿਰਫ ਇੰਨਾ ਪਤਾ ਲੱਗੇ ਪੁਰਸਕਾਰ ਮਿਲਿਆ, ਪੁਰਸਕਾਰ ਬਹੁਤ ਹੈਗੇ। ਠੀਕ ਹੈ, ਦੇਖੋ ਜਿਵੇਂ ਇਹਨੂੰ 2019 ਦੇ ਵਿੱਚ ਕਿਹੜਾ ਮਿਲਿਆ ਸੀ, ਵਿਰਾਟ ਕੋਹਲੀ ਨੂੰ ਵਿਜ਼ਡਨ ਕਰੈਕਟਰ ਆਫ ਦਾ ਈਅਰ 2019 ਦੇ ਵਿੱਚ ਮਿਲਿਆ ਸੀ। ਪਦਮ ਸ਼੍ਰੀ ਵਿਰਾਟ ਕੋਹਲੀ ਨੂੰ 2017 ਦੇ ਵਿੱਚ ਮਿਲਿਆ ਸੀ। 2018 ਦੇ ਵਿੱਚ ਵਿਰਾਟ ਕੋਹਲੀ ਨੂੰ ਕਿਹੜਾ ਮਿਲਿਆ ਸੀ, ਸਰ ਗਾਰਫੀਲਡ ਸੋਬਰਸ ਟਰੋਫੀ। ਇਹ ਮਿਲੀ ਸੀ ਵਿਰਾਟ ਕੋਹਲੀ ਨੂੰ 2018 ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਜੇ 2012 ਦਾ ਪੁੱਛਦੇ ਆ ਤਾਂ 2012 ਦੇ ਵਿੱਚ ਵਿਰਾਟ ਕੋਹਲੀ ਨੂੰ ਮਿਲਿਆ ਸੀ ICC ODI ਪਲੇਅਰ ਆਫ ਦਾ ਈਅਰ। ਅਤੇ ਜੇਕਰ 2013 ਦਾ ਪੁੱਛਦਾ ਤਾਂ ਅਰਜੁਨਾ ਅਵਾਰਡ ਫੋਰ ਕ੍ਰਿਕਟ 2013 ਦੇ ਵਿੱਚ ਮਿਲਿਆ ਸੀ। ਜਿਹੜੇ ਬੱਚੇ ਨਵੇਂ ਆ ਉਹ ਅੱਜ ਜਿਹਨਾਂ ਦਾ ਕੱਲ੍ਹ ਨੂੰ ਪੇਪਰ ਹੈਗਾ ਗਾ ਉਹ ਆਹ ਚੀਜ਼ ਕਰਕੇ ਜਾਣੀ ਉਹਨਾਂ ਸਾਰਿਆਂ ਨੇ। ਠੀਕ ਹੈ, ਆ ਸਾਰੇ ਅਵਾਰਡ ਦੇਖ ਲਓ ਕਿ ਵੀ ਦੁਬਾਰੇ ਇਹਨਾਂ ਦੇ ਵਿੱਚੋਂ ਕੀ ਅਵਾਰਡ ਪੁੱਛਿਆ ਜਾ ਸਕਦਾ ਗਾ। 19, 17, 18, 12 ਅਤੇ 13 ਇਹ ਅਵਾਰਡ ਦੇਖ ਲਓ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਦੂਸਰੇ ਪ੍ਰਸ਼ਨ ਵਾਸਤੇ। ਦੇਖੋ ਪੁੱਤਰੋ, ਅਗਲਾ ਪ੍ਰਸ਼ਨ ਪੁੱਛਿਆ ਗਿਆ ਸੀ ਕਹਿੰਦੇ FIFA 2022 ਕਿੱਥੇ ਹੋਵੇਗਾ। ਇਸ ਨੂੰ ਬਹੁਤ ਵਾਰੀ ਕਰਵਾ ਕੇ ਜਾਂਦਾ, ਤਾਂ ਮੈਂ ਤੁਹਾਨੂੰ FIFA ਬਾਰੇ ਬਹੁਤ ਗੱਲਾਂ ਕਰਵਾ ਕੇ ਗਿਆ ਸੀ। ਨਾਲੇ ਮੈਂ ਤੁਹਾਨੂੰ ਇਹ ਕਰਵਾ ਕੇ ਗਿਆ ਸੀ ਜਿਹੜਾ FIFA ਇਸਟੈਬਲਿਸ਼ ਕਦੋਂ ਹੋਇਆ ਸੀ, 1904 ਦੇ ਵਿੱਚ ਬਣਿਆ ਸੀ। ਹੈੱਡਕੁਆਟਰ ਕਿੱਥੇ ਹੈ FIFA ਦਾ, ਯੂਰਕ ਦੇ ਵਿੱਚ ਹੈਗਾ। ਯੂਰਕ ਕਿੱਥੇ ਹੈ, ਸਵਿਟਜ਼ਰਲੈਂਡ ਦੇ ਵਿੱਚ। ਇਹ ਕਰਵਾ ਕੇ ਗਿਆ ਸੀ। ਤੁਸੀਂ ਕਹਿੰਦੇ FIFA ਕਿਹਦੇ ਮੈਚ ਕਰਵਾਉਂਦੀ ਹੈ, ਫੁੱਟਬਾਲ ਦੇ ਮੈਚ ਕਰਵਾਉਂਦੀ ਹੈ। ਠੀਕ ਹੈ ਜੀ, ਤਾਂ ਇਹ ਪੁੱਛਿਆ ਗਿਆ ਕਹਿੰਦੇ FIFA 2022 ਦਾ ਮੈਚ ਕਿੱਥੇ ਹੋਊਗਾ, ਕਤਰ ਦੇ ਵਿੱਚ। ਠੀਕ ਹੈ, ਦੋ ਵਾਰੀ ਯਾਦ ਤਾਂ ਨਹੀਂ, ਕਤਰ। ਠੀਕ ਹੈ, ਤਾਂ ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ 'ਤੇ ਆਪਾਂ। ਆਹ ਦੇਖ ਲਓ ਬੱਚਿਓ, ਕਤਰ 2022 ਦੇ ਵਿੱਚ ਹੋਣਾ FIFA ਦਾ। ਠੀਕ ਹੈ, ਦੇਖੋ ਬੱਚਿਓ ਅਗਲਾ ਪ੍ਰਸ਼ਨ ਪੁੱਛਿਆ ਗਿਆ ਸੀ ਇਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਹੋਈ ਸੀ। ਦੇਖੋ ਤਾਂ ਇਹਦੀ ਸਥਾਪਨਾ ਭਾਈ ਦੇਖੋ, ਜੇ ਤਾਂ ਦੋ ਪ੍ਰਸ਼ਨ ਬਣਦੇ ਹੁੰਦੇ। ਜੇ ਤਾਂ ਪੁੱਛ ਲਿਆ SGPC ਐਕਟ ਕਦੋਂ ਬਣਿਆ ਸੀ, ਐਕਟ ਤਾਂ ਬਣ ਗਿਆ ਸੀ 1925 ਦੇ ਵਿੱਚ। ਠੀਕ ਹੈ, ਅਤੇ ਉਹ SGPC ਬਣ ਕਦੋਂ ਗਈ ਸੀ, ਸਥਾਪਨਾ ਕਦੋਂ ਹੋ ਗਈ ਸੀ 1920 ਦੇ ਵਿੱਚ। ਤਾਂ ਇਹ ਪ੍ਰਸ਼ਨ 'ਤੇ ਡਿਪੈਂਡ ਕਰਦਾ ਕਿ ਉਹਨਾਂ ਨੇ 1920 ਵਿੱਚ ਦਿੱਤਾ ਹੋਇਆ ਅਤੇ 1925 ਵਿੱਚ ਦਿੱਤਾ ਹੋਇਆ, ਕਿਉਂਕਿ ਮੈਂ ਆਪਸ਼ਨ ਦੇ ਵਿੱਚ ਮੈਨੂੰ ਪਤਾ ਨਹੀਂ ਕਿ ਆਪਸ਼ਨ ਕੀ ਆਈਆਂ ਸੀ। ਠੀਕ ਹੈ, SGPC ਐਕਟ 1925 ਦੇ ਵਿੱਚ ਬਣਿਆ ਸੀ ਅਤੇ SGPC ਸਥਾਪਨਾ 1920 ਦੇ ਵਿੱਚ ਹੋਈ ਸੀ। ਜਦੋਂ 1925 ਦੇ ਵਿੱਚ SGPC ਐਕਟ ਬਣ ਗਿਆ ਸੀ ਤਾਂ ਇਹਦਾ ਪਹਿਲਾ ਪ੍ਰਧਾਨ ਕੌਣ ਸੀ, ਇਹਦਾ ਪਹਿਲਾ ਪ੍ਰਧਾਨ ਹੈਗਾ ਸੀ ਖੜਕ ਸਿੰਘ। ਇਹ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਭਾਈ ਮੈਂ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਹੁਣ ਆਪਾਂ ਵੀ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਪੁੱਛਿਆ ਗਿਆ ਪੁੱਤਰੋ ਆਹ ਪ੍ਰਸ਼ਨ ਅਗਲਾ, ਇਹਦੇ ਵਿੱਚ ਇਹ ਪੁੱਛਿਆ ਗਿਆ ਜਿਹੜੇ ਭਾਰਤ ਅਤੇ ਭੂਟਾਨ ਦੇ ਵਿੱਚ, ਕਿਹਦੇ ਵਿੱਚ, ਭਾਰਤ ਅਤੇ ਭੂਟਾਨ ਦੇ ਵਿੱਚ ਕਿਹੜਾ ਸਮਝੌਤਾ ਹੋਇਆ ਸੀ। ਠੀਕ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ। ਤਾਂ ਇਹ ਤੁਹਾਨੂੰ ਦਿਖਾਉਣਾ ਕਿਹੜਾ ਸਮਝੌਤਾ ਹੋਇਆ ਸੀ ਭਾਈ। ਆਹ ਦੇਖੋ ਭਾਈ, ਭਾਰਤ ਅਤੇ ਭੂਟਾਨ ਦੇ ਵਿੱਚ ਹੋਇਆ ਸੀ ਦਾ ਟਰੀਟੀ ਆਫ ਫਰੈਂਡਸ਼ਿਪ। ਦਾ ਟਰੀਟੀ ਆਫ ਫਰੈਂਡਸ਼ਿਪ, ਟਰੀਟੀ ਆਪਾਂ ਕਹਿੰਦੇ ਨੇ ਸੰਧੀ। ਠੀਕ ਹੈ, ਇਹ 1949 ਦੇ ਵਿੱਚ ਹੋਈ ਸੀ ਭਾਈ। ਠੀਕ ਹੈ, ਗੱਲ ਯਾਦ ਰੱਖਣੀ ਕਿਹਦੇ 'ਚ, 1949 ਦੇ ਵਿੱਚ। ਇਸ ਤੋਂ ਬਾਅਦ ਅੱਗੇ ਇਹ ਹੋਈ ਸੀ 8 ਅਗਸਤ 1949। ਭੂਟਾਨ ਐਂਡ ਇੰਡੀਆ ਸਾਈਨ ਦਾ ਟਰੀਟੀ ਆਫ ਦਾ ਫਰੈਂਡਸ਼ਿਪ ਕਾਲਿੰਗ ਦਾ ਪੀਸ ਬਿਟਵੀਨ ਦਾ ਟੂ ਨੇਸ਼ਨ ਐਂਡ ਨੌਨ ਇੰਟਰਫੇਸ ਟੂ ਈਚ ਅਦਰ ਇੰਟਰਨਲ ਅਫੇਅਰ। ਇਹਦਾ ਮਤਲਬ ਇਹ ਸੀ ਟਰੀਟੀ ਆਫ ਫਰੈਂਡਸ਼ਿਪ ਕਰਨ ਦਾ ਮਤਲਬ ਕੀ ਸੀ ਇਹਨਾਂ ਦਾ। ਇਹਦਾ ਮਤਲਬ ਇਹ ਸੀ ਭਾਈ, ਇਹ 8 ਅਗਸਤ ਨੂੰ ਹੋ ਗਈ ਸੀ 1949 ਦੇ ਵਿੱਚ। ਇਹਦਾ ਮਤਲਬ ਇਹ ਸੀ ਕਿ ਭੂਟਾਨ ਅਤੇ ਇੰਡੀਆ ਜਿਹੜੇ ਦੋਨਾਂ ਦੇ ਵਿੱਚ ਇੱਕ ਦੋਸਤੀ ਰਹੂਗੀ
ठीक है। एक दूजे नाल ये शांति बना के रखणगे दोने देश, ठीक है। तो दूसरी गल, ये कदे भी एक दूजे के मामलों के इंटरफेयर नहीं करनगे जिहड़े कि उन्होंने किहड़े आ इंटरनल मामले आ। जिवें हुण अपना कोई मामला है, अपने किसानी का मामला है, ठीक है, अपना इंटरनल मामला है, स्टेट का मामला है, अपनी अपने कंट्री का मामला है। ये नहीं है कि भटान वाले आके आपको कही जाएंगे कि भाई किसानों की असं सपोर्ट करते हैं या असं मोदी की सपोर्ट करते हैं, तो ये चीज़ कदे नहीं होगी। ये ट्रीटी ऑफ फ्रेंडशिप के इन्होंने ये गल तय कर ली सी, ठीक है जी। हुण चलते हैं अगले प्रश्न। इस तो बाद अगला प्रश्न बच्चों आ गया अपने को, ये की पुछ रहे हैं, ये पुछ रहे हैं 245A और 245O, ये जो अमेंडमेंट होया सी कदों होया सी, ठीक है। जिवें मैंने दस्सिया पुत्रों मैं सवाल करते आ रहे हैं मैं, तो 245 तो 250 जो ओ अमेंडमेंट है कदों होया सी, दिखाउणा भी तुहानूं विद प्रूफ। जिहड़ा भाई ये अमेंडमेंट होया सी, किहड़े अमेंडमेंट दे विच ये चीज़ हुई सी 243A ते 243O, ये हुई सी भाई अपने दा 73वां जिहड़ा अपना अमेंडमेंट होया सी 1992 दे विच, एडेड न्यू पार्ट 9वें पार्ट दे विच टू द कॉन्स्टिट्यूशन टाइटल द पंचायत कवरिंग प्रोविजन फ्रॉम द आर्टिकल 243 to 243O एंड न्यू 11th शेड्यूल ऑफ कवरिंग 29 सबजैक्ट से विद द फंक्शन ऑफ द पंचायती। बस ये सिर्फ मेन चीज़ यही सी कि अमेंडमेंट के करी गई सी चीज़ 73वां अमेंडमेंट जोड़ा कि 1992 के होया सी। वेरी वेरी इंपॉर्टेंट है भाई ये, ठीक है। ये भी तुसीं पुत्रों देख लेना सारा, ये तुहानूं आर्टिकल मैं करवा के गया सी 243 वाला, ठीक है जी। तो इस तो बाद चलते हैं अगले ते। इस तो बाद अगला प्रश्न पूछा गया सी भाई पेपर के विच, कहंदे पांडुचेरी अमेंडमेंट है जिहड़ा ये कदों होया सी, पांडुचेरी अमेंडमेंट कदों होया सी, इहदे बारे गल करनी है तो तुहानूं दसदा भाई। जिहड़ा भी पांडुचेरी अमेंडमेंट होया सी पुत्रों, ये होया सी द 14 अमेंडमेंट ऑफ द कॉन्स्टिट्यूशन ऑफ इंडिया ऑफिशियली नोन एज द कॉन्स्टिट्यूशन, ठीक है। इन्होंने कॉन्स्टिट्यूशन का नाम दिता सी। ये कदों होया सी, एक्ट 1962 दे विच होया सी। जे इन्होंने पूछा अपने को अमेंडमेंट तो यह होया सी 14 अमेंडमेंट दे विच, ठीक है जी। ये गल याद रखनी है। इस तो बाद अगे देखते हैं, इनकॉपरेटेड पौंडुचेरी नाउ पौंडुचेरी, ठीक है। पहला इन्हों ना पौंडुचेरी है, पहले इन्हूं पुडुचेरी कहा जाता सी। एज द 9th यूनियन टैरेटरी ऑफ इंडिया इज आल्सो गिव द पार्लीमेंटरी अथॉरिटी टू द क्रिएट द लॉ लैजिस्लेचर एंड काउंसल ऑफ मिनिस्टर भी इतने सारा कुछ बन गया सी तो बाद, ठीक है जी। हुण चलते हैं अगले ते। इस तो बाद अगले प्रश्न की गल करते हैं, बहुत इंपॉर्टेंट प्रश्न है, तुहानूं करवाया होया भाई, ठीक है। ये की पूछा गया गा, ये यही गल पूछी गई है, कहते गवर्नर अपना अस्तीफा किसनूं दिंदा गा, गवर्नर अपना अस्तीफा किसनूं दिंदा। बहुत भाई तुहानूं करवाया होया भाई ये मैं कि गवर्नर आपदा अस्तीफा किसनूं दिंदा गा, तो ये तुहानूं पता ही है भाई, जिहड़ा गवर्नर है ये आपदा अस्तीफा दिंदा गा राष्ट्रपति नूं, ठीक है। तो एक गल होर, राष्ट्रपति अते गवर्नर दोनों के काम सेम होंदे है, ठीक है। दोनों के काम सेम होंदे। जिस तरह नाल प्रेजिडेंट का रोल सारी इंडिया के पद्धर से काम करता उसी तरह गवर्नर का रोल एक स्टेट के पद्धर से काम करता है। एक दूसरी गल, एक गवर्नर 2 या 2 तो वध स्टेटां का गवर्नर भी बन सकता है, ठीक है। दूसरी गल यही। तीसरी गल, जिस तरह नाल राष्ट्रपति किसी की सज़ा माफ़ कर सकता है, किसी की सज़ा राष्ट्रपति 2 साल की सज़ा 10 साल की कर सकता, 10 साल की सज़ा 2 महीने की कर सकता है, उस तरह ही गवर्नर भी किसी की सज़ा घटा भी सकता, बढ़ा भी सकता है। पर 161 आर्टिकल के आउंदी है गवर्नर की शक्ति, तो यही आउंदी है राष्ट्रपति 72 के आर्टिकल 72 के माफ़ी की शक्ति। राष्ट्रपति की पावर माफ़ी की शक्ति 72 है, गवर्नर 161 है। एक गल तो ये सी। दूसरी गल, जिहड़ा गवर्नर हैगा ये मतलब ये जिहड़ी स्टेट का नागरिक होगा वो स्टेट का कदे नहीं लाउणगे। तो आपका रजिस्ट्रेशन लैटर ये किहनूं देऊगा, रिजाइन किहनूं देऊगा, ये अपने राष्ट्रपति नूं देऊगा। दूसरी गल, ये सेंटर की सरकार तो स्टेट की सरकार दोनों के विचाले एक लिंक का काम करता। ये भी प्रश्न बहुत बारी पूछा गया, दोनों विचाले लिंक का काम करता है। दूसरी गल, राष्ट्रपति जो भी चाहे बिना किसी इंपीचमेंट तो बिना किसी गलबात तो इन्हूं कह सकता कि भाई तू हट गया, ठीक है, तेनों हटाता मैं, ठीक है। तो यह कोई मतलब यह कोई बेचारा वो कुछ नहीं कर सकता, ये कोई पावर नहीं राष्ट्रपति की मुड़े। राष्ट्रपति बिना इंपीचमेंट तो एक झटके के हटा सकता है, ठीक है। ये गल याद रखनी है। तो यह अस्तीफा किहनूं देऊगा, राष्ट्रपति नूं देऊगा, ये गल याद रखनी है, ठीक है जी। चलते हुण आपां अगले ते। देखो जी, इस तो बाद अगला पूछा गया आप तो कहते पंजाब का लिटरेसी रेट किन्ना गा, ठीक है। पंजाब का लिटरेसी रेट पूछा इन्होंने, तो ये भाई अलग अलग दिता हुआ, किसी 76 दिता हुआ, किसी अलग अलग दिता हुआ, ठीक है। तो जे आप मन्नीए देखिए गूगल के हिसाब से चलीए या तो आप 75.84 आउंदा गा, ठीक है, आल लिटरेसी रेट। ये गल याद रखनी है, ठीक है जी। जे आप बंदे का देखिए कि बंदे का लिटरेसी रेट किन्ना गा, कल्ले मेल का लिटरेसी रेट है 80.44, तो औरतों का लिटरेसी रेट है 70.73।
ਜੇ ਦੋਨਾਂ ਦਾ ਇਕੱਠਿਆਂ ਨਾਲ ਮਿਲਾ ਕੇ ਦੇਖੀਏ ਤਾਂ 75.84 ਬਣਦਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। 75.84 ਕਿ ਕਹਿੰਦੇ ਤੁਹਾਨੂੰ 75.6 ਵੀ ਮਿਲੂਗਾ। ਠੀਕ ਹੈ, ਤਾਂ ਇਹ ਭਾਈ ਅੰਕੜੇ ਹੁੰਦੇ ਹੈਗੇ। ਠੀਕ ਹੈ, ਇਹ 2011 ਦੇ ਅੰਕੜੇ ਦੀ ਗੱਲ ਕਰ ਰਿਹਾ ਹੈਗਾ। ਠੀਕ ਹੈ, ਅਤੇ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਕਿਹਦਾ ਹੈਗਾ? ਕੇਰਲਾ ਦਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਕਿਹਦਾ ਹੈਗਾ? ਕੇਰਲਾ ਦਾ ਹੈਗਾ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਹੈਗਾ ਭਾਈ, ਕਹਿੰਦੇ ਪਹਿਲੀ ਸਿੱਖ ਐਂਗਲੋ ਵਾਰ ਕਦੋਂ ਹੋਈ ਸੀ? ਇਹ ਵੀ ਤੁਹਾਨੂੰ ਕਰਵਾ ਕੇ ਗਿਆਗਾ। ਪਹਿਲੀ ਸਿੱਖ ਐਂਗਲੋ ਵਾਰ ਹੋਈ ਸੀ 1944-45। ਠੀਕ ਹੈ, ਇਹਦੇ ਵਿੱਚ ਹੋਈ ਸੀ, ਇਹਦੇ ਵਿੱਚ ਹੋਈਆਂ ਸੀ 5 ਲੜਾਈਆਂ। ਇਸ ਤੋਂ ਬਾਅਦ ਦੂਸਰੀ ਹੋਈ ਸੀ ਆਪਣੀ 1948 ਅਤੇ 49 ਦੇ ਵਿੱਚ। ਕਿਹੜੀ? ਸੈਕੰਡ ਸਿੱਖ ਐਂਗਲੋ ਵਾਰ। ਐਂਗਲੋ ਕੌਣ ਹੁੰਦੇ ਆ? ਐਂਗਲੋ ਤਾਂ ਹੁੰਦੇ ਸੀ ਅੰਗਰੇਜ਼, ਸਿੱਖ ਆਪਾਂ। ਠੀਕ ਹੈ, ਸਿੱਖ ਐਂਗਲੋ ਵਾਰ ਹੋਈ ਸੀ ਜਿਹੜੀ, ਇਹਦੇ 'ਚ ਜਿਹੜੀ ਪਹਿਲੀਆਂ 5 ਲੜਾਈਆਂ ਹੋਈਆਂ ਸੀ, ਇਹਨਾਂ ਦੇ ਵਿੱਚੋਂ ਇਕੱਲੀ ਇਹ ਬੱਦੋਵਾਲ ਦੀ ਲੜਾਈ ਜਿੱਤੇ ਸੀ। ਬੱਦੋਵਾਲ ਦੀ ਲੜਾਈ ਨਾਲ ਦੁਬਾਰਾ ਜਿੱਤੀ ਗਈ ਸੀ। ਠੀਕ ਹੈ, ਇਸ ਤੋਂ ਬਾਅਦ ਦੂਸਰੀ ਸਿੱਖ ਐਂਗਲੋ ਵਾਰ ਹੋਈ ਸੀ, ਇਹ 'ਚ ਪਹਿਲੀਆਂ 2 ਜਿੱਤੇ ਸੀ ਇਹ। ਠੀਕ ਹੈ, ਇੱਕ ਤਾਂ ਫਿਰੋਜ਼ਪੁਰ ਦੀ ਜਿੱਤੇ ਸੀ, ਇੱਕ ਹੋਰ ਸੀ, ਉਹਦਾ ਨਾਮ ਇਹ ਮੈਚ ਜੋ ਸਕਿਪ ਹੋ ਗਿਆ। ਇੱਕ ਹੋਰ ਜਿੱਤੇ, 2 ਜਿੱਤੇ ਸੀ ਉਹਦੇ 'ਚੋਂ ਇਹ। ਠੀਕ ਹੈ ਜੀ, ਅਤੇ ਇਹ ਜਦੋਂ ਨਹੀਂ 1800 ਨਹੀਂ 1844 ਹੈ, ਸੌਰੀ 1844। ਠੀਕ ਹੈ, 1844 ਇੱਥੇ 1844 ਅਤੇ 45 ਦੇ ਵਿੱਚ ਬੱਦੋਵਾਲ ਦੀ ਲੜਾਈ ਜਿੱਤੀ ਸੀ ਪਹਿਲੀ ਸਿੱਖ ਐਂਗਲੋ ਵਾਰ ਇਹ। ਠੀਕ ਹੈ, ਜਦੋਂ ਦੂਸਰੀ ਸਿੱਖ ਐਂਗਲੋ ਵਾਰ ਦੇ ਵਿੱਚ ਪਹਿਲੀਆਂ 4 ਲੜਾਈਆਂ ਹੋਈਆਂ ਸੀ ਇਹਦੇ 'ਚ। ਇਹਦੇ ਪਹਿਲੀਆਂ 4 ਲੜਾਈਆਂ ਦੇ ਵਿੱਚੋਂ ਇਹ 2 ਲੜਾਈਆਂ ਦਾ ਜਿੱਤ ਗਏ ਸੀ। ਠੀਕ ਹੈ, ਜਿਹੜੀਆਂ ਪਿਛਲੀਆਂ 2 ਲੜਾਈਆਂ ਸੀ ਉਹ ਗੁਜਰਾਤ ਦੀ ਸੀ, ਇੱਕ ਮੁਲਤਾਨ ਦੀ ਸੀ ਸ਼ਾਇਦ, ਉਹ ਹਾਰ ਗਏ ਸੀ ਭਾਈ ਇਹ। ਠੀਕ ਹੈ, ਜਦੋਂ ਹਾਰ ਗਏ ਤਾਂ ਇਹ ਹਾਰ ਤੋਂ ਬਾਅਦ 1849 ਦੇ ਵਿੱਚ ਡਲਹੌਜੀ ਨੇ, ਲਾਰਡ ਡਲਹੌਜੀ ਸੀ ਜਿਹੜਾ, ਉਹਨੇ ਪੰਜਾਬ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ। ਠੀਕ ਹੈ, ਅਤੇ ਸਰ ਹੈਨਰੀ ਨੂੰ ਇਹਨੇ ਕਮਿਸ਼ਨਰ ਲਾਤਾ ਸੀ ਪੰਜਾਬ ਦਾ 1852 ਦੇ ਵਿੱਚ। ਇਹ ਗੱਲ ਵੀ ਯਾਦ ਰੱਖਣੀ ਹੈ। ਠੀਕ ਹੈ ਜੀ, ਤੁਹਾਨੂੰ ਕਰਵਾਇਆ ਹੋਇਆ ਡਿਟੇਲ ਦੇ ਵਿੱਚ ਸਾਰੀਆਂ ਚੀਜ਼ਾਂ, ਤਾਂ ਕਰਕੇ ਜਿਹੜੀ ਚੀਜ਼ ਆਉਂਦੀ ਹੈ ਤਾਂ ਬਿਲਕੁਲ ਵੀ ਨਹੀਂ ਮਿਸ ਕਰਨੀ ਹੁੰਦੀ। ਬਸ ਪੁੱਤਰੋ, ਇਹੀ ਮੇਨ ਜਿਹੇ ਆਪਰੇਸ਼ਨ ਜਿਹੜੇ ਆਏ ਹੋਏ ਹੈਗੇ। ਠੀਕ ਹੈ ਜੀ, ਠੀਕ ਹੈ ਜੀ, ਇਹ ਆਪਰੇਸ਼ਨ ਮੇਨ ਆਏ ਹੋਏ ਆ। ਇਸ ਤੋਂ ਬਾਅਦ ਇੱਕ ਆਪਰੇਸ਼ਨ ਡਾਇਨਾਮਾਈਟ 'ਤੇ ਵੀ ਆਇਆ ਹੋਇਆ ਸੀ। ਸੱਚ, ਡਾਇਨਾਮਾਈਟ ਦੇ ਬਾਰੇ ਇਹ ਨਹੀਂ ਪਤਾ ਮੈਨੂੰ ਕੀ ਆਇਆ ਸੀ ਡਾਇਨਾਮਾਈਟ ਬਾਰੇ। ਇਹਦੇ ਬਾਰੇ ਸ਼ਾਇਦ ਇਹਨਾਂ ਨੇ ਗੱਲ ਕਰੀ ਸੀ ਕਿ ਡਾਇਨਾਮਾਈਟ ਪਤਾ ਕਿੱਥੇ ਜ਼ਿਆਦਾ ਪਾਇਆ ਜਾਂਦਾ, ਪਰ ਇਹ ਤਾਂ ਮੈਨੂੰ ਹਜੇ ਕਨਫਰਮ ਨਹੀਂ ਹੈਗਾ ਆਪਰੇਸ਼ਨ। ਪਰ ਇੰਨਾ ਕਨਫਰਮ ਹੈ ਕਿ ਇਹਦੀ ਖੋਜ ਬਾਰੇ ਪੁੱਛ ਸਕਦੇ। ਖੋਜ ਇਹਦੀ ਡਾਇਨਾਮਾਈਟ ਦੀ ਖੋਜ ਕਿਹਨੇ ਕਰੀ ਸੀ? ਆਲਫਰੈਡ ਨੇ ਕਰੀ ਸੀ, ਆਲਫਰੈਡ ਨੋਬਲ ਨੇ। ਠੀਕ ਹੈ, ਗੱਲ ਯਾਦ ਰੱਖਣੀ ਹੈ, ਆਲਫਰੈਡ ਨੋਬਲ ਨੇ ਇਹਦੀ ਖੋਜ ਕਰੀ ਸੀ। ਓਕੇ ਜੀ, ਇਸ ਤੋਂ ਬਾਅਦ ਹੋਰ ਵੀ ਬਾਹਲੇ ਕੰਮਾਂ 'ਚ ਵਰਤਿਆ ਜਾਂਦਾ ਗਾ। ਠੀਕ ਹੈ ਜੀ, ਅਤੇ ਇਹ ਭਾਈ ਮੈਨੂੰ ਆਪਣੇ ਇੱਕ ਬੱਚੀ ਹੈਗੀ ਪਰਵਿੰਦਰ ਕੌਰ। ਠੀਕ ਹੈ, ਪਰਵਿੰਦਰ ਕੌਰ, ਉਹ ਬੱਚੀ ਅੱਜ ਪੇਪਰ ਦੇ ਕੇ ਆਈ ਸੀ, ਅਤੇ ਉਹਨੇ ਮੈਨੂੰ ਆਪਰੇਸ਼ਨ ਭੇਜੇ ਸੀ। ਉਸ ਦੁਆਰਾ ਦੱਸਿਆ ਗਿਆ ਸੀ ਕਿ ਆਹ ਪੇਪਰਾਂ 'ਚ ਆਇਆ ਸਾਰਾ ਕੁਛ। ਠੀਕ ਹੈ ਜੀ, ਅਤੇ ਬਾਕੀ ਜੇ ਕਿਸੇ ਹੋਰ ਬੱਚੇ ਨੂੰ ਵੀ ਪਤਾ ਲੱਗਦਾ ਮੈਨੂੰ ਜ਼ਰੂਰ ਇੱਥੇ ਟੈਲੀਗ੍ਰਾਮ 'ਤੇ ਦੱਸ ਦਿਆ ਕਰੋ, ਮੈਸੇਜ ਭੇਜ ਕੇ। ਠੀਕ ਹੈ, ਅਤੇ ਆਲਫਰੈਡ ਨੋਬਲ ਨੇ ਕਰੀ ਸੀ ਦੀ ਖੋਜ, ਇਹ ਗੱਲ ਯਾਦ ਰੱਖਣੀ ਹੈਗੀ। ਇਸ ਤੋਂ ਪਹਿਲਾਂ ਵੀ ਕਈਆਂ ਨੇ ਕਰੀ ਸੀ, ਪਰ ਜਿਹੜੀ ਮੇਨ ਮੰਨੀ ਜਾਂਦੀ ਹੈ ਉਹ ਇਹਦੀ ਮੰਨੀ ਜਾਂਦੀ ਹੈ ਆਪਣੇ ਦੀ। ਠੀਕ ਹੈ ਜੀ, ਅਤੇ ਚਲੋ ਇਹਦੇ ਨਾਲ ਆਪਣਾ ਇਹ ਲੈਕਚਰ ਖਤਮ ਹੁੰਦਾ ਗਾ। ਅਤੇ ਇਹ ਆਪਰੇਸ਼ਨ ਇਹੋ ਜਿਹੇ ਟਾਈਪ ਦੇ ਆਪਰੇਸ਼ਨ ਆਏ ਹੋਏ ਅੱਧੇ ਮਾਈਂਡ 'ਚੋਂ ਸਕਿਪ ਹੋ ਜਾਂਦੇ ਕਿਉਂਕਿ ਯਾਦ ਨਹੀਂ ਰਹਿੰਦੇ ਬੱਚਿਆਂ ਦੇ। ਅਤੇ ਬਸ ਇਹੀ ਗੱਲ ਸੀ। ਠੀਕ ਹੈ ਪੁੱਤਰੋ, ਅਤੇ ਇੱਕ ਆਪਰੇਸ਼ਨ ਸੱਚ ਬੱਚੋ ਹੋਰ ਪੁੱਛਿਆ ਗਿਆ ਸੀ ਲਾਸਟ 'ਤੇ, ਲੀਓ ਬਲੱਡ ਬਾਰੇ ਕੋਈ ਗੱਲ ਆਈ ਸੀ। ਲੀਓ ਬਲੱਡ ਬਾਰੇ ਸ਼ਾਇਦ ਕਿ ਜਿਹੜਾ ਲੀਓ ਬਲੱਡ ਇਹਦੀ ਖੋਜ ਕਿਹਨੇ ਕਰੀ ਸੀ? ਠੀਕ ਹੈ, ਤਾਂ ਇਹਦੇ ਜਿਹੜਾ ਵੀ ਖੋਜ ਦਾ ਜਿਹੜਾ ਸਿਰਾ ਜਾਂਦਾ ਹੈਗਾ ਲੀਓ ਦਾ। ਠੀਕ ਹੈ, ਇਹ ਜਾਂਦਾ ਆਪਣੇ ਇਹਦੇ ਨਾਮ 'ਤੇ ਹੀ ਹੈ, ਲਿਓਨਾਰਡੋ ਦਾ ਵਿੰਕੀ। ਇਹਦੇ ਸਿਰਾ ਜਾਂਦਾ, ਇਹਨੇ ਕਰੀ ਸੀ ਲੀਓ ਦੀ ਖੋਜ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹਦੇ ਨਾਲ ਭਾਈ ਆਪਣੇ ਆਪਰੇਸ਼ਨ ਕੰਪਲੀਟ ਹੁੰਦੇ ਆ, ਅਤੇ ਦੇਖ ਲਓ ਸਾਰੇ ਬੱਚਿਓ। ਠੀਕ ਹੈ ਜੀ, ਅਤੇ ਜਿਉਂਦੇ ਵੱਧਦੇ ਰਹੋ, ਅਤੇ ਆਪਦਾ ਸਾਰਾ ਲੈਕਚਰ ਲਾ ਲਿਓ, ਅਤੇ ਵੀਡੀਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਮੇਰੇ ਦੋਸਤੋ।